ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੱਲਣ ਆਨ ਪਰਿਓ ਗੁਰ ਸਰਨੀ, ਕਰ ਬੰਧਨ ਪਦ ਬਿਨਤੀ ਬਰਨੀ। ਮੋਕਹੁ ਕੁਛ ਦੀਜੈ ਉਪਦੇਸ, ਜਿਸ ਤੈ ਮਿਟੈ ਕਲੇਸ਼ ਅਸ਼ੇਸ਼। ਮੱਲਣ ਆਨ ਪਰਿਓ ਗੁਰ ਸਰਨੀ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਗੁਰੂ ਤੀਸਰੇ ਪਾਤਸ਼ਾਹ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਬਹੁਤ ਬਖਸ਼ਿੰਦ ਹਨ। ਬੇਅੰਤ ਸਿੱਖ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਗੁਰੂ ਸਾਹਿਬ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹੈ, ਉਹਨਾਂ ਦਾ ਭਲਾ ਹੁੰਦਾ ਹੈ। ਭਾਈ ਖਾਨੂ ਜੀ, ਭਾਈ ਮਾਹੀਆ ਜੀ ਤੇ ਭਾਈ ਗੋਬਿੰਦ ਭੰਡਾਰੀ, ਇਹ ਤਿੰਨ ਮਹਾਰਾਜ ਜੀ ਦੇ ਕੋਲ ਆਏ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿੱਤਾ ਜੀ। ਮਹਾਰਾਜ ਜੀ ਨੇ ਇੱਕ ਨਵਦਾ ਭਗਤੀ ਦੱਸੀ ਤੇ ਇੱਕ ਪ੍ਰੇਮਾ ਭਗਤੀ ਦੱਸੀ। ਨਵਤਾ ਭਗਤੀ ਬਾਰੇ ਵੀ ਆਪ ਜੀ ਨੇ ਸੁਣਿਆ। ਤੇ ਪ੍ਰੇਮਾ ਭਗਤੀ ਕੀ ਹੈ? ਪ੍ਰੇਮਾ ਭਗਤੀ ਹੈ ਸਾਧ ਸੰਗਤ ਜੀ, ਸਹਿਜੇ ਸਹਿਜੇ ਪ੍ਰੇਮ 'ਚ ਵਾਧਾ ਹੋਣਾ ਜੀ। ਅਸੀਂ ਆਪਣੀ ਵਿਚਾਰ ਕਰੀਏ, ਦਿਨੋਂ ਦਿਨ ਸਾਡਾ ਗੁਰੂ ਸਾਹਿਬ ਨਾਲ ਪ੍ਰੇਮ ਵੱਧ ਰਿਹਾ ਜਾਂ ਘਟ ਰਿਹਾ ਹੈ ਜੀ। ਸਹਿਜੇ ਸਹਿਜੇ ਪ੍ਰੇਮ ਦੇ ਵਿੱਚ ਵਾਧਾ ਹੋਣਾ ਜੀ, ਉਹ ਵੀ ਮਹਾਰਾਜ ਨੇ ਦੱਸੀ। ਫਿਰ ਹੋਰ ਗੁਰੂ ਕੇ ਪਿਆਰੇ ਸਿੱਖ ਆਏ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਰਸੋਈਆ ਸਿੱਖ ਹੈ ਜਿਹਦਾ ਨਾਮ ਹੈ ਭਾਈ ਜੋਧ ਜੀ। ਭਾਈ ਜੋਧ ਜੀ ਹਰ ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ ਉਹਦੀ ਸੇਵਾ ਕਰਦੇ, ਲੰਗਰ ਛਕਾਉਂਦੇ ਆ, ਭੱਜ ਭੱਜ ਕੇ ਸੇਵਾ ਕਰਦੇ ਆ। ਸੇਵਾ ਦੇ ਮਸਲੇ ਦੇ ਵਿੱਚ ਭਾਈ ਜੋਧ ਜੀ ਨੇ ਕਦੀ ਆਲਸ ਨਹੀਂ ਵਿਖਾਇਆ ਜੀ, ਕਦੀ ਆਲਸ ਨਹੀਂ ਵਿਖਾਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਜੋਧ ਜੀ ਉੱਤੇ ਬੜੇ ਖੁਸ਼ ਹੋਏ ਤੇ ਭਾਈ ਜੋਧ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ ਜੀ। ਸੰਗਤ ਜੀ, ਸੇਵਾ ਕਰਨ ਵਾਲਿਆਂ ਨੂੰ ਬਹੁਤ ਬਹੁਤ ਵੱਡੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਜੀ। ਸੋ ਉਹ ਆਪ ਜੀ ਨੇ ਸਰਵਣ ਕੀਤਾ। ਅੱਗੋਂ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਜੀ ਦੇ ਕੋਲ। ਮਹਾਰਾਜ ਜਦੋਂ ਡੱਲੇ ਪਿੰਡ ਗਏ ਨਾ ਜੀ, ਤੇ ਦੋ ਜਾਤ ਦੇ ਭੱਲੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਮੱਥਾ ਟੇਕ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਵੀ ਭੱਲੇ ਤੇ ਅਸੀਂ ਵੀ ਭੱਲੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਨਹੀਂ ਪਿਆਰਿਆ, ਇਹ ਗੱਲ ਨਾ ਕਰ। ਗੁਰੂ ਦੀ ਕੋਈ ਜਾਤੀ ਨਹੀਂ ਹੈਗੀ ਤੇ ਜਾਤ ਤੁਹਾਡੀ ਵੀ ਕੋਈ ਨਹੀਂ ਹੈਗੀ, ਇਹ ਤੇ ਸੰਸਾਰ ਨੇ ਬਣਾਈਆਂ। ਜਦੋਂ ਸਰੀਰ ਹੀ ਨਾਸ ਹੋ ਜਾਣਾ ਤੇ ਕਾਹਦੀ ਜਾਤ? ਮਹਾਰਾਜ ਕਹਿਣ ਲੱਗੇ। ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣਾਈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਵਿਚਾਰ ਸਰਵਣ ਕਰਨੀ ਹੈ। ਧਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ, ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਲਣ ਆਨ ਭਰਿਓ ਗੁਰ ਸਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਇੱਕ ਸਿੱਖ, ਜਿਹਦਾ ਨਾਮ ਹੈ ਭਾਈ ਮੱਲਣ ਜੀ। ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਪਰ ਇਹ ਸਿੱਖਾਂ ਦਾ ਨਾਮ ਜਿਨ੍ਹਾਂ ਦਾ ਆ ਰਿਹਾ ਨਾ, ਇਹਨਾਂ ਦੇ ਜੀਵਨ ਬੜੇ ਬੜੇ ਵੱਡੇ ਹੋਏ ਜੀ। ਭਾਈ ਮੱਲਣ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਆ। ਕਰ ਬੰਧਨ ਪਦ ਬਿਨਤੀ ਬਰਨੀ। ਆਏ ਗੋਇੰਦਵਾਲ ਸਾਹਿਬ, ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਭਾਈ ਮੱਲਣ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜੀ। ਹਾਂਜੀ। ਮੋਕੋ ਕੁਛ ਦੀਜੈ ਉਪਦੇਸ਼। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਆਪ ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ ਮਹਾਰਾਜ। ਚੰਗੇ ਬੰਦੇ ਜਿਹੜੇ ਹੁੰਦੇ ਨਾ ਜੀ, ਉਹ ਉਪਦੇਸ਼ ਲੈਂਦੇ ਆ। ਉਹ ਕਹਿੰਦੇ ਆ ਵੀ ਸਾਨੂੰ ਕੋਈ ਗਿਆਨ ਧਿਆਨ ਦੀ ਬਾਤ ਸੁਣਾਓ, ਨਹੀਂ ਤੇ ਲੋਕ ਮਿਲਦੇ ਆਪਣੀਆਂ ਹੀ ਸੁਣਾ ਕੇ ਚਲੇ ਜਾਂਦੇ ਜੀ। ਭਾਈ ਮੱਲਣ ਜੀ ਬੜੀ ਨਿਮਰਤਾ ਨਾਲ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਦਿਓ ਆਪਣਾ। ਹਾਂਜੀ। ਜਿਸ ਤੇ ਮਿਟੈ ਕਲੇਸ਼ ਅਸ਼ੇਸ਼। ਮਹਾਰਾਜ ਮੇਰੀ ਜ਼ਿੰਦਗੀ 'ਚ ਕਲੇਸ਼ ਬੜਾ ਰਹਿੰਦਾ, ਕੋਈ ਨਾ ਕਿਸੇ ਗੱਲ ਤੋਂ ਝਗੜਾ ਪਿਆ ਰਹਿੰਦਾ, ਕਲੇਸ਼ ਬਣਿਆ ਹੀ ਰਹਿੰਦਾ। ਮਹਾਰਾਜ ਐਸਾ ਉਪਦੇਸ਼ ਦਿਓ
ਜਿਹਦੇ ਨਾਲ ਮੇਰੀ ਜ਼ਿੰਦਗੀ ਵਿੱਚੋਂ ਕਲੇਸ਼ ਦੂਰ ਹੋ ਜੇ ਸੱਚੇ ਪਾਤਸ਼ਾਹ। ਹਾਂਜੀ, ਸਤਿਗੁਰ ਕਹਿਓ ਤਿਆਗ ਹੰਕਾਰਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਹੰਕਾਰ ਛੱਡ ਦੇ। ਗੱਜ ਕੇ ਆਖੋ ਵਾਹਿਗੁਰੂ। ਉਹ ਬੰਦੇ ਨੇ ਬੜਾ ਪੱਕਾ ਫੜਿਆ ਜੀ। ਮੈਂ ਸਮੇਤ ਆਪਣੇ ਗੱਲ ਕਰਦਾ, ਥੋੜਾ ਬਹੁਤਾ ਤੇ ਸਾਰੇ ਹੀ ਰੱਖ ਕੇ ਬੈਠੇ ਆ ਜੀ। ਮਹਾਰਾਜ ਕਹਿੰਦੇ ਹੰਕਾਰ ਛੱਡ ਦੇ। ਹਾਂਜੀ, ਸੰਤਨ ਸੇਵੋ ਹੋਏ ਸੁਖਾਰਾ। ਤੇ ਸੰਤਾਂ ਦੀ ਸੇਵਾ ਕਰ। ਸੰਤਾਂ ਦੀ ਸੇਵਾ, ਤੂੰ ਸੌਖਾ ਹੋ ਜਾਏਗਾ। ਅਸਲ ਵਿੱਚ ਜਦੋਂ ਬੰਦਾ ਸੰਤਾਂ ਦੀ ਸੇਵਾ ਕਰਦਾ ਨਾ ਜੀ, ਨਾਮ ਜਪਣ ਵਾਲਿਆਂ ਦੀ ਸੇਵਾ ਕਰਦਾ, ਨਾਮ ਜਪਣ ਵਾਲਿਆਂ ਦੀ ਸੰਗਤ ਦਾ ਇੰਨਾ ਪ੍ਰਤਾਪ ਹੁੰਦਾ, ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਬੰਦੇ ਅੰਦਰੋਂ ਹਉਮੈ ਦੂਰ ਹੋਈ ਜਾਂਦੀ ਜੀ। ਮਹਾਰਾਜ ਕਹਿੰਦੇ ਤੂੰ ਸੌਖਾ ਹੋ ਜਾਏਗਾ ਜੇ ਨਾਮ ਜਪਣ ਵਾਲਿਆਂ ਦੀ ਸੰਗਤ ਕਰੇਗਾ। ਸਰਦਾ ਧਰ ਆਹਾਰ ਕਰਵਾਵੋ। ਮਹਾਰਾਜ ਮੈਂ ਕਿਵੇਂ ਸੇਵਾ ਕਰਿਆ ਕਰਾਂ? ਮਹਾਰਾਜ ਕਹਿੰਦੇ ਬੜੇ ਪਿਆਰ ਨਾਲ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ ਕਰ, ਬੜੇ ਪਿਆਰ ਨਾਲ। ਹਾਂਜੀ, ਚਰਨ ਪਖਾਰੋ ਰੁਚ ਤ੍ਰਿਪਤਾਵੋ। ਚਰਨ ਧੋਇਆ ਕਰ, ਨਿਮਰਤਾ ਵਾਲੀਆਂ ਸੇਵਾ ਕਰਿਆ ਕਰ, ਉਹਨਾਂ ਨੂੰ ਐ ਰਜਾਇਆ ਕਰ, ਤੇਰਾ ਬੜਾ ਭਲਾ ਹੋਏਗਾ। ਲੰਗਰ ਦੀ ਸੇਵਾ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਬੜੀ ਮਹਾਨਤਾ ਦਿੰਦੇ ਆ। ਹਾਂਜੀ, ਬਸਤਰ ਬਨਾਏ ਗੁਰਨ ਹਿਤ ਦੇਹੋ। ਹਾਂਜੀ, ਛੁਦਤ ਨਗਨ ਤੇ ਆਸ਼ਿਕ ਲੇਹੋ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲ ਦੀ ਬੜੀ ਲੋੜ 'ਚ ਮਹਾਰਾਜ ਕਹਿਣ ਲੱਗੇ ਤੂੰ ਧਿਆਨ ਸਾਡਾ ਧਾਰ ਲਿਆ ਕਰ, ਕੱਪੜੇ ਬਣਵਾਇਆ ਕਰ, ਪਰ ਵੰਡ ਗਰੀਬਾਂ ਨੂੰ ਦਿਆ ਕਰ। ਮਹਾਰਾਜ ਕਹਿਣ ਲੱਗੇ ਵੰਡ ਗਰੀਬਾਂ ਨੂੰ ਦਿਆ ਕਰ। ਹੁਣ ਤੁਸੀਂ ਇਮਾਨਦਾਰੀ ਨਾਲ ਗੱਲ ਕਰਿਓ, ਅੱਜ ਤੱਕ ਆਪਾਂ ਕਿੰਨੇ ਕੁ ਲੋੜਵੰਦਾਂ ਨੂੰ ਕੱਪੜੇ ਦਾਨ ਦਿੱਤੇ ਜੀ? ਕਿੰਨਿਆਂ ਕੁ ਨੂੰ ਦਿੱਤੇ? ਲਿੱਤੇ ਭਾਵੇਂ ਜ਼ਰੂਰ ਹੋਵੇ, ਦਿੱਤੇ ਨਹੀਂ ਹੋਣਗੇ ਜੀ। ਹਾਂਜੀ, ਤੇ ਲੋੜਵੰਦਾਂ ਨੂੰ ਕੱਪੜੇ ਦਿਆ ਕਰ। ਤੇ ਬੰਦਾ ਸੋਚਦਾ ਜਿਹੜੇ ਦੂਜੇ ਦੇ ਆ ਉਹ ਵੀ ਮੈਨੂੰ ਹੀ ਮਿਲ ਜਾਣ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਲੋੜਵੰਦਾਂ ਨੂੰ ਕੱਪੜੇ ਦਿਆ ਕਰ, ਤੈਨੂੰ ਉਹ ਆਸ਼ੀਰਵਾਦ ਦੇਣਗੇ। ਹਾਂਜੀ, ਸਤਨਾਮ ਸਿਮਰਹੁ ਤਜ ਕਾਨ। ਤੇ ਸਾਰੇ ਪਾਸਿਓਂ ਧਿਆਨ ਹਟਾ ਕੇ ਨਾ, ਆਕੜ ਛੱਡ ਕੇ ਸਤਨਾਮ ਜਪ। ਮਹਾਰਾਜ ਕਹਿੰਦੇ ਹੁਣ ਬੰਦਾ ਪਤਾ ਕੀ ਕਰਦਾ ਜੀ, ਆਕੜ ਨਹੀਂ ਛੱਡਣੀ ਚਾਹੁੰਦਾ ਤੇ ਸਤਨਾਮ ਜਪਦਾ ਜੀ। ਹਾਂਜੀ, ਆਕੜ ਨਹੀਂ ਛੱਡਦਾ ਤੇ ਸਤਨਾਮ ਜਪਦਾ ਜੀ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਆਕੜ ਛੱਡ ਕੇ ਤੇ ਪ੍ਰੇਮ ਨਾਲ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਹੋਏ ਅੰਤ ਕੋ ਤੁਬ ਕਲਿਆਣ। ਜਦੋਂ ਤੂੰ ਇਸ ਤਰੀਕੇ ਨਾਲ ਪ੍ਰੇਮ ਨਾਲ ਜਪੇਗਾ ਨਾ ਮੱਲਣ, ਤੇਰਾ ਭਲਾ ਹੋ ਜਾਏਗਾ। ਹਾਂਜੀ, ਸੁਨ ਗੁਰ ਬਚਤੇ ਕਰਨ ਸੋ ਲਾਗਿਓ। ਲਓ ਜੀ, ਭਾਈ ਮੱਲਣ ਜੀ ਨੇ ਗੱਲ ਸੁਣੀ ਨਹੀਂ ਕੱਲੀ, ਭਾਈ ਮੱਲਣ ਜੀ ਨੇ ਗੁਰੂ ਜੀ ਦੇ ਮੁਖੋਂ ਸੁਣ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਭਾਈ ਮੱਲਣ ਜੀ ਨੇ ਹੰਕਾਰ ਛੱਡ ਕੇ, ਆਕੜ ਛੱਡ ਕੇ ਸੰਤਾਂ ਦੀ ਸੇਵਾ ਕੀਤੀ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਸੰਤਨ ਸੇਵ ਵਿਖੇ ਅਨੁਰਾਗਿਓ। ਉਹ ਬਸ ਇੰਨੀ ਖਿੱਚ ਪਈ ਰੱਬ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ, ਭਾਈ ਮੱਲਣ ਦਾ ਪੱਕਾ ਹੀ ਧਿਆਨ ਜੁੜ ਗਿਆ ਜੀ। ਇੱਕ ਗੱਲ ਚੇਤਾ ਰੱਖਿਓ, ਬੰਦਾ ਲੱਖ ਯਤਨ ਕਰੇ ਮੈਂ ਸ਼ਰਧਾ ਵਾਲਾ ਹਾਂ, ਮੈਨੂੰ ਮਿਲਦੇ ਇਹੋ ਜਿਹੇ ਜੀ। ਕਹਿੰਦੇ ਜੀ ਸਾਡਾ ਜੀ ਤੇ ਬੜਾ ਕਰਦਾ ਅਸੀਂ ਸ਼ਰਧਾ ਵਾਲੇ ਬਣੀਏ, ਪਰ ਕੋਈ ਨਾ ਕੋਈ ਤਰਕ ਅੰਦਰ ਪੈਦਾ ਹੋ ਜਾਂਦੀ ਹੈ। ਕਈ ਵਾਰੀ ਗੁਰਬਾਣੀ ਦੇ ਬਚਨ ਸੁਣ ਕੇ ਵੀ ਅੰਦਰ ਕਿੰਤੂ ਪੈਦਾ ਹੋਈ ਜਾਂਦਾ ਜੀ। ਤੇ ਪਿਆਰਿਓ, ਇਸ ਰਸਤੇ ਤੇ ਉਹ ਤੁਰਦਾ ਜਿਹਦੇ ਤੇ ਮਿਹਰ ਹੁੰਦੀ ਜੀ।
ਭਾਈ ਮੱਲਣ ਜੀ ਸੰਤਾਂ ਦੀ ਸੇਵਾ ਵਿੱਚ ਲੱਗ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਉਗਰ ਸੈਨ ਅਰ ਰਾਮੂ ਦੀਪਾ। ਮਹਾਰਾਜ ਦੀ ਹਜ਼ੂਰੀ ਵਿੱਚ ਦੋ ਹੋਰ ਆਏ ਜੀ। ਇੱਕ ਦਾ ਨਾਮ ਹੈ ਭਾਈ ਉਗਰਸੈਨ, ਇੱਕ ਦਾ ਨਾਮ ਹੈ ਭਾਈ ਰਾਮੂ ਜੀ। ਤਿੰਨ ਨੇ ਜੀ। ਤੇ ਇੱਕ ਦਾ ਨਾਮ ਹੈ ਭਾਈ ਦੀਪਾ ਜੀ। ਹਾਂਜੀ। ਆਏ ਨਗੌਰੀ ਗੁਰੂ ਸਮੀਪਾ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆਏ ਜੀ। ਕੌਣ ਕੌਣ ਜੀ? ਭਾਈ ਉਗਰਸੈਨ ਜੀ, ਭਾਈ ਰਾਮੂ ਜੀ ਤੇ ਭਾਈ ਦੀਪਾ ਜੀ। ਹਾਂਜੀ। ਘਰ ਬੰਧਨ ਬੂਝਿਓ ਉਪਦੇਸ਼। ਇਹਨਾਂ ਨੇ ਵੀ ਬੜੇ ਪਿਆਰ ਨਾਲ ਮਹਾਰਾਜ ਨੂੰ ਮੱਥਾ ਟੇਕਿਆ। ਆਪਾਂ ਵੀ ਟੇਕੀਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮੱਥਾ ਟੇਕਿਆ। ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ। ਗੁਰ ਬੋਲੇ ਕਰ ਕਿਰਪਾ ਵਿਸ਼ੇਸ਼। ਸੱਚੇ ਪਾਤਸ਼ਾਹ ਐਸਾ ਬਚਨ ਸੁਣਾਓ ਜਿਹੜੇ ਸਾਡੇ ਭਲੇ ਦਾ ਹੋਵੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇਣ ਲੱਗੇ ਇਹਨਾਂ ਨੂੰ। ਹਾਂਜੀ। ਸਿੱਖ ਜਿਸ ਸਮੇਂ ਆਏ ਕਰ ਮਿਲੇ, ਦੇਹੋ ਤਿਆਰ ਕਰ ਭੋਜਨ ਭਲੇ। ਲਓ ਜੀ, ਲੰਗਰ ਤੇ ਹੀ ਜ਼ੋਰ ਰੱਖਿਆ ਮਹਾਰਾਜ ਨੇ। ਸਾਰਿਆਂ ਨੂੰ ਲੰਗਰ ਦੀ ਪ੍ਰੇਰਣਾ ਦਿੱਤੀ। ਮਹਾਰਾਜ ਕਹਿਣ ਲੱਗੇ ਜਦੋਂ ਵੀ ਕੋਈ ਵੀ ਸਿੱਖ ਆਵੇ, ਸਮਾਂ ਨਾ ਵੇਖਿਓ, ਉਹਨੂੰ ਪ੍ਰਸ਼ਾਦਾ ਛਕਾਇਓ। ਮਹਾਰਾਜ ਕਹਿਣ ਲੱਗੇ। ਹਾਂਜੀ। ਅੰਮ੍ਰਿਤ ਵੇਲਾ ਕਰਿਓ ਸਨਾਨ। ਬਾਕੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਓ। ਮਹਾਰਾਜ ਕਹਿਣ ਲੱਗੇ। ਹਾਂਜੀ। ਗੁਰ ਕੋ ਸ਼ਬਦ ਪਠੋ ਕਰ ਧਿਆਨ। ਬਸ ਇਹਨਾਂ ਗੱਲਾਂ ਵੱਲ ਜ਼ੋਰ ਦੇਣ ਦੀ ਲੋੜ 'ਚ। ਜੇ ਤੁਸੀਂ ਕਹੋ ਗੱਲਾਂ ਸਿੱਖੀ ਦੀਆਂ ਕਰੀਏ ਤੇ ਸਿੱਖੀ ਆਵੇ, ਨਹੀਂ ਪਿਆਰਿਓ, ਜਿੰਨਾ ਚਿਰ ਤੱਕ ਆਹ ਕੰਮ ਨਹੀਂ ਤੁਸੀਂ ਕਰਦੇ ਜੀ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠਣਾ, ਤੇ ਅੰਮ੍ਰਿਤ ਵੇਲੇ ਉੱਠ ਕੇ ਗੁਰ ਕੋ ਸ਼ਬਦ ਪਠੋ ਕਰ ਧਿਆਨ। ਧਿਆਨ ਲਾ ਕੇ ਪਹਿਲਾਂ ਕਰਨਾ ਵਾਹਿਗੁਰੂ ਇਸ਼ਨਾਨ, ਤੇ ਫਿਰ ਧਿਆਨ ਲਾ ਕੇ ਨਾਮ ਜਪਣਾ ਵਾਹਿਗੁਰੂ 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 ਵਾਹਿਗੁਰੂ। ਪੂਰਾ ਧਿਆਨ ਲਾ ਕੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਕਰਨਾ ਇਹ ਕੰਮ। ਹਾਂਜੀ। ਅਰਥ ਵਿਚਾਰ ਉਚਾਰਨ ਕਰੀਐ। ਫਿਰ ਗੁਰੂ ਜੀ ਦੀ ਬਾਣੀ ਪੜ੍ਹਨੀ ਹੈ, ਫਿਰ ਉਹਨਾਂ ਦੇ ਅਰਥਾਂ ਦੀ ਵਿਚਾਰ ਕਰਨੀ ਹੈ, ਬਾਰ-ਬਾਰ ਵਿਚਾਰ ਕਰਨੀ ਹੈ। ਹਾਂਜੀ। ਕਿਦੋਂ ਸੁਨੋ ਕਰ ਨਿਰਣੈ ਧਰੀਐ। ਕਿਦੋਂ ਸੁਨੋ ਕਰ ਨਿਰਣੈ ਧਰੀਐ, ਜਾਂ ਫਿਰ ਕਥਾ ਸੁਣਨੀ। ਮਹਾਰਾਜ ਕਹਿੰਦੇ ਕਥਾ ਸੁਣਨੀ ਹੈ। ਸੁਣ ਕੇ ਗੱਲ ਪੱਕੀ ਹਿਰਦੇ 'ਚ ਧਾਰਨ ਕਰਨੀ ਹੈ। ਹੁਣ ਸੁਖਮਣੀ ਸਾਹਿਬ ਦੀ ਇੱਕ ਪੰਕਤੀ ਸੁਣ ਲਓ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਗੁਰੂ ਅਰਜਨ ਸਾਹਿਬ ਕਹਿੰਦੇ ਬਾਰ-ਬਾਰ ਨਾਮ ਜਪਣਾ। ਹਾਂਜੀ। ਹੁਣ ਇਹ ਸੁਣ ਲਈ ਜੀ, ਹੁਣ ਇਹਨੂੰ ਹਿਰਦੇ 'ਚ ਧਾਰਨ ਕਰਨਾ। ਹਾਂਜੀ। ਤੇ ਹਿਰਦੇ 'ਚ ਕਿਵੇਂ ਧਾਰਨ ਕਰਨਾ ਜੀ? ਜੇ ਕੋਸ਼ਿਸ਼ ਕਰਨੀ ਹੈ ਮੈਨੂੰ ਨਾਮ ਨਾ ਭੁੱਲੇ ਜੀ। ਬਾਰ-ਬਾਰ ਦਾ ਮਤਲਬ ਸਾਰੀ ਜ਼ਿੰਦਗੀ ਨਹੀਂ ਮੁੱਕਣਾ ਜੀ। ਬਾਰ-ਬਾਰ ਜਪਣਾ ਵਾਹਿਗੁਰੂ 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 ਵਾਹਿਗੁਰੂ। ਬਾਰ-ਬਾਰ ਜਪਣਾ। ਹਾਂਜੀ। ਚਤੁਰ ਘਟੀ ਸਭ ਕਾਜ ਬੇਸਾਰ ਹੋ। 4 ਘੜੀਆਂ ਮਹਾਰਾਜ ਕਹਿੰਦੇ ਸਾਰਾ ਕੰਮ ਭੁਲਾ ਦਿਓ। ਆਪਣੀ ਜ਼ਿੰਦਗੀ, ਆਪਣੇ ਦਿਨ ਵਿੱਚੋਂ 4 ਘੜੀਆਂ ਕੰਮ ਰੋਕ ਦਿਓ ਸਾਰੇ। ਹਾਂਜੀ। ਅਰਥ ਸੁਨੋ ਕਹਿ ਆਪ ਉਚਾਰੋ। ਜਾਂ ਤੇ ਗੁਰਬਾਣੀ ਦੇ ਅਰਥ ਸੁਣੋ, ਤੇ ਜਾਂ ਫਿਰ ਆਪ ਪੜੋ। ਮਹਾਰਾਜ ਕਹਿੰਦੇ ਭਾਵ ਸਮਾਂ ਕੱਢੋ ਇਸ ਪਾਸੇ। ਮਹਾਰਾਜ ਕਹਿਣ ਲੱਗੇ। ਹਾਂਜੀ। ਸਲਤਾ ਮਹਿ ਨੌਕਾ ਬਹੁ ਪਰਈਤ। ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਜੀ, ਉਹਨੂੰ ਥੋੜਾ ਜਿਹਾ ਧਿਆਨ ਰੱਖਿਓ।
ਮਹਾਰਾਜ ਕਹਿੰਦੇ ਪਿਆਰਿਓ ਇੱਕ ਬੇੜੀ ਹੈ, ਜੇ ਉਹ 4 ਉਂਗਲਾਂ ਬਾਹਰ ਰਵੇ ਤੇ ਪਿਆਰਿਓ ਉਹ ਆਰਾਮ ਦੇ ਨਾਲ ਦਰਿਆ ਵਿੱਚ, ਨਹਿਰ ਵਿੱਚ ਤੁਰੀ ਜਾਂਦੀ ਹੈ। ਹਾਂਜੀ, ਚਤੁਰੰਗਲ ਜਲ ਵਹਿਰ ਨਿਹਰਿਯਤ। ਮਹਾਰਾਜ ਕਹਿਣ ਲੱਗੇ ਉਹ ਸਾਰੀ ਭਰੀ ਹੈ ਬੇੜੀ। ਇੱਕ ਬੇੜੀ ਹੈ, ਉਹਦੇ ਵਿੱਚ ਮਨੁੱਖ ਬੈਠੇ ਹੈ, ਉਹ ਪਾਣੀ ਦੇ ਵਿੱਚ ਹੈ, ਪਰ ਮਹਾਰਾਜ ਕਹਿੰਦੇ ਚੇਤਾ ਰੱਖਿਓ 4 ਉਂਗਲਾਂ ਉਹ ਪਾਣੀ ਤੋਂ ਬਾਹਰ ਹੈ, ਬਾਕੀ ਉਹ ਪਾਣੀ ਦੇ ਵਿੱਚ ਹੁੰਦੀ ਹੈ, 4 ਉਂਗਲਾਂ ਉੱਪਰ ਹੁੰਦੀ ਹੈ। ਹਾਂਜੀ, ਭਰੀ ਭਾਰ ਸੋ ਉਤਰ ਹੈ ਪਾਰ। ਭਾਰ ਦੇ ਨਾਲ ਭਰੀ ਹੁੰਦੀ ਹੈ, ਪਰ ਉਹ 4 ਉਂਗਲਾਂ ਤਾਂ ਹੁੰਦੀ ਹੈ, 4 ਉਂਗਲਾਂ ਤਾਂ ਹੁੰਦੀ ਹੈ, ਦੂਜਿਆਂ ਨੂੰ ਵੀ ਪਾਰ ਲਾ ਦਿੰਦੀ ਹੈ। ਕਦੀ ਜਿਹੜੇ ਬੇੜੀ ਵਾਲੇ ਆ ਨਾ, ਉਹ ਇੰਨੇ ਲੋਕ ਨਹੀਂ ਬੇੜੀ ਵਿੱਚ ਬਿਠਾਉਂਦੇ ਵੀ ਬੇੜੀ ਸਾਰੀ ਡੁੱਬ ਜੇ ਜੀ। ਜਿਸ ਦਿਨ ਬੇੜੀ ਸਾਰੀ ਡੁੱਬ ਜਾਂਦੀ ਹੈ, ਉਸ ਦਿਨ ਪਾਰ ਨਹੀਂ ਕੋਈ ਜਾ ਸਕਦਾ ਜੀ। ਤੇ ਹਮੇਸ਼ਾ ਬੇੜੀ ਕਦੋਂ ਡੁੱਬਦੀ ਹੈ? ਜਦੋਂ ਭਾਰ ਪੈ ਜੇ, ਭਾਵੇਂ ਫਟ ਜਾਵੇ ਤੇ ਵਿੱਚ ਪਾਣੀ ਐਂਟਰ ਹੋ ਜੇ ਜੀ ਉਹਦੇ। ਮਹਾਰਾਜ ਕਹਿੰਦੇ ਕਿੰਨੇ ਬੰਦੇ ਵਿੱਚ ਬੈਠੇ ਆ, ਪਰ ਉਹ 4 ਉਂਗਲਾਂ ਬਾਹਰ ਹੈ, ਉਹ ਦੂਜਿਆਂ ਨੂੰ ਪਾਰ ਲਾ ਰਹੀ ਹੈ। ਹਾਂਜੀ, ਤਿਮ ਜਗ ਕਾਰਜ ਕੇ ਵਿਵਹਾਰ। ਬਸ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੁਨੀਆ ਦੇ ਕੰਮਕਾਰ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਨੂੰ ਪਤਾ ਨਹੀਂ ਲੱਗਾ ਗੱਲ ਦਾ। ਹਾਂਜੀ, ਨਿਸ ਦਿਨ ਕਰਿਓ ਧਰਮ ਕੀ ਕਿਰਤ। ਮਹਾਰਾਜ ਕਹਿੰਦੇ ਸੁਣ ਲਓ, ਦਿਨ ਰਾਤ ਕੰਮ ਕਰੋ, ਤੁਹਾਨੂੰ ਰੋਕਦੇ ਨਹੀਂ ਮਹਾਰਾਜ। ਸੰਗਤ ਜੀ, ਸਾਨੂੰ ਕਿਤੇ ਨਹੀਂ ਗੁਰੂ ਸਾਹਿਬ ਨੇ ਰੋਕਿਆ ਤੁਸੀਂ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਕਰੋ, ਧਰਮ ਦੀ ਕਿਰਤ ਕਰੋ, ਦਿਨ ਰਾਤ ਕਰੋ। ਹਾਂਜੀ, ਚਤੁਰ ਘਟੀ ਦੇਹੋ ਗੁਰ ਮਹਿ ਬਿਰਤ। ਪਰ ਮਹਾਰਾਜ ਕਹਿਣ ਲੱਗੇ ਜਿਵੇਂ 4 ਉਂਗਲਾਂ ਬੇੜੀ ਬਾਹਰ ਹੁੰਦੀ ਹੈ, 4 ਉਂਗਲਾਂ ਬਾਹਰ ਰਹਿਣ ਨਾਲ ਬੇੜੀ ਆਪ ਵੀ ਤਰਦੀ ਹੈ, ਦੂਜਿਆਂ ਨੂੰ ਵੀ ਤਾਰਦੀ ਹੈ। ਬੰਦਿਆ, ਤੂੰ 4 ਘੜੀਆਂ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਾਰ ਲੈ। ਗੱਜ ਕੇ ਆਖੋ ਵਾਹਿਗੁਰੂ। ਬਹੁਤਾ ਕੰਮ ਤੇ ਨਹੀਂ ਨਾ ਕਿਹਾ ਮਹਾਰਾਜ ਨੇ। ਮਹਾਰਾਜ ਕਹਿੰਦੇ 4 ਘੜੀਆਂ ਗੁਜ਼ਾਰ ਲੈ। ਇੱਕ ਬੰਨੇ ਵੇਖੋ, ਸਾਰੀ ਦਿਹਾੜੀ ਸਮਝੋ ਪਾਣੀ 'ਚ ਹੈ ਬੇੜੀ, ਭਾਵ ਸਾਰੀ ਦਿਹਾੜੀ ਕੰਮ ਕਰੋ, ਉਹ ਸਮਝੋ ਬੇੜੀ ਪਾਣੀ ਵਿੱਚ ਹੈ। ਜਦੋਂ 4 ਘੜੀਆਂ ਸੰਗਤ ਵਿੱਚ ਆਉਂਦੇ ਹੋ, ਸਮਝੋ ਬੇੜੀ 4 ਉਂਗਲਾਂ ਉੱਤੇ ਹੈ। ਤੇ ਚੇਤਾ ਰੱਖਿਓ, ਜਦੋਂ ਇਹ ਵੀ ਟਾਈਮ ਨਾ ਦਿੱਤਾ ਤੇ ਸਾਰਾ ਹੀ ਗ੍ਰਸਤੀ 'ਚ ਬੇੜੀ ਡੋਬ ਦਿੱਤੀ, ਫਿਰ ਨਹੀਂ ਸਾਧ ਸੰਗਤ ਭਲਾ ਹੁੰਦਾ। ਹਾਂਜੀ, ਸਭ ਕਾਰਜ ਜੁਤ ਹੋਏ ਕਲਿਆਣ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੰਮ ਸਾਰੇ ਹੀ ਕਰੋ, ਪਰ ਪਿਆਰਿਓ 4 ਘੜੀਆਂ ਪਰਮੇਸ਼ਰ ਦੇ ਨਾਮ ਦੀਆਂ ਕੱਢ ਲਓ, ਸਾਰੇ ਕੰਮ ਹੀ ਸਫਲੇ ਹੋ ਜਾਣਗੇ ਜੀ। ਹਾਂਜੀ, ਪ੍ਰਭੂ ਪ੍ਰਸਿੱਧ ਹੈ ਪ੍ਰੇਮ ਮਹਾਨ। ਪਰਮੇਸ਼ਰ ਜੀ ਤੁਹਾਡਾ ਪ੍ਰੇਮ ਵੇਖ ਕੇ ਪ੍ਰਸੰਨ ਹੋਣਗੇ। ਕਹਿਣ ਲੱਗੇ ਪ੍ਰਸੰਨ ਹੋਣਗੇ, ਤੁਹਾਡੇ ਤੇ ਮਿਹਰਾਂ ਵਰਸਾਉਣਗੇ, ਕਿਰਪਾ ਵਰਸਾਉਣਗੇ। ਲਓ 2 ਮਿੰਟ ਅਭਿਆਸ ਕਰ ਲਓ। ਮੈਂ ਤਾਂ ਬੇਨਤੀ ਕਰਨ ਲੱਗਾ ਚ ਕਿਉਂਕਿ ਤੁਸੀਂ ਹੁਣੇ ਗੁਰੂ ਅਮਰਦਾਸ ਜੀ ਦਾ ਬਚਨ ਸੁਣਿਆ। ਸੱਚੇ ਪਾਤਸ਼ਾਹ ਕਹਿੰਦੇ ਥੋੜਾ ਜਿਹਾ ਨਾਮ ਜਪ ਲੈ, ਭਲਾ ਹੋ ਜਾਏਗਾ, ਕੋਈ ਨਾ ਵਾਂਝਾ ਰਵੇ। ਇੱਕ ਵਾਰੀ ਇੰਨਾ ਉੱਚੀ ਬੋਲਿਓ ਨਾੜਾਂ ਖੁੱਲ ਜਾਣ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਥੋੜਾ ਜਪ ਲੈ। ਮਹਾਰਾਜ ਕਹਿੰਦੇ ਜਿਵੇਂ 4 ਉਂਗਲਾਂ ਬੇੜੀ ਬਾਹਰ ਹੁੰਦੀ ਹੈ ਨਾ, ਤੂੰ 4 ਘੜੀਆਂ ਪਰਮੇਸ਼ਰ ਦੇ ਭਜਨ ਵਿੱਚ ਕੱਢ ਲੈ, ਸਾਰੀ ਦਿਹਾੜੀ ਦਾ ਕੰਮ ਸਫਲਾ ਹੋ ਜਾਏਗਾ। ਇਹਦੇ ਤੋਂ ਸੌਖਾ ਹੁਣ ਮਹਾਰਾਜ ਕੀ ਕਹਿੰਦੇ ਨੇ ਸਾਨੂੰ ਜੀ। ਹਾਂਜੀ, ਸਗਰੇ ਕਾਰਜ ਗੁਰੂ ਸਵਾਰੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਪਿਆਰਿਆ 4 ਘੜੀਆਂ ਤੂੰ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਾਰ, ਗੁਰੂ ਦੀ ਯਾਦ ਵਿੱਚ ਗੁਜ਼ਾਰ, ਜਪ ਕਰ, ਸਿਮਰਨ ਕਰ, ਤੇਰੇ ਸਾਰੇ ਕਾਰਜ ਗੁਰੂ ਸਾਹਿਬ ਆਪ ਸਵਾਰਨਗੇ। ਤੇ ਸੱਚੀ ਗੱਲ 'ਚ ਬੰਦਾ ਸਿਮਰਨ ਕਰਦਾ ਹੋਵੇ, ਸਤਿਗੁਰੂ ਉਹਦੀ ਪੇਠੀ ਨਹੀਂ ਲੱਗਣ ਦਿੰਦੇ। ਲੋਕ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਮਹਾਰਾਜ ਕਹਿੰਦੇ ਤੇਰੇ ਸਾਰੇ ਕੰਮ ਸੌਰ ਜਾਣਗੇ। ਗੁਰੂ ਅਮਰਦਾਸ ਸਾਹਿਬ ਆਪ ਕਹਿ ਰਹੇ ਆ। ਹਾਂਜੀ, ਹਲਤ ਪਲਤ ਮਹਿ ਕਬਹੂ ਨਾ ਹਾਰੈ। ਬਸ ਉਹ ਗੱਲ ਜਿਹੜੀ ਹੁਣੇ ਦਾਸ ਨੇ ਕਹੀ। ਮਹਾਰਾਜ ਕਹਿੰਦੇ ਤੂੰ 4 ਘੜੀਆਂ ਜੁੜ ਵਾਹਿਗੁਰੂ ਦੀ ਯਾਦ 'ਚ। ਇਸ ਲੋਕ ਵਿੱਚ ਇਹੋ ਜਿਹਾ ਜੰਮਿਆ ਨਹੀਂ ਜਿਹੜਾ ਤੈਨੂੰ ਹਰਾ ਸਕੇਗਾ, ਪਰ ਲੋਕ ਵਿੱਚ ਵੀ ਨਹੀਂ ਕੋਈ ਹਰਾ ਸਕਦਾ ਜੀ। ਸੱਚੀ ਗੱਲ 'ਚ ਬੜੇ ਲੋਕ ਹਰਾਉਣ ਦਾ ਯਤਨ ਕਰਦੇ, ਪਰ ਉਹਦੀ ਚੱਲੇਗੀ ਨਹੀਂ ਕਿਤੇ ਅੱਗੇ। ਜਿਹੜਾ ਸਿਮਰਨ ਕਰਦਾ ਜੀ, ਜਿਹੜਾ ਭਜਨ ਕਰਦਾ ਜੀ। ਹਾਂਜੀ, ਗੁਰੂ ਸ਼ਬਦ ਕੋ ਕਰਿਓ ਵਿਚਾਰ। ਮਹਾਰਾਜ ਕਹਿੰਦੇ ਪਿਆਰਿਓ ਹਰ ਰੋਜ਼ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਕਰੋ। ਕਿਆ ਗੁਰ ਕਹੈ ਕਰਾਂ ਹਮ ਕਹਾਂ। ਮਹਾਰਾਜ ਕਹਿ ਕੀ ਰਹੇ ਤੇ ਅਸੀਂ ਕਰ ਕੀ ਰਹੇ ਹਾਂ। ਹੁਣ ਮਹਾਰਾਜ ਕਹਿੰਦੇ ਨਿੰਦਿਆ ਪਾਪ ਹੈ ਜੀ, ਤੇ ਬੰਦਾ ਟੋਕਰੇ ਭਰੀ ਜਾਂਦਾ ਜੀ। ਮਹਾਰਾਜ ਕਹਿੰਦੇ ਈਰਖਾ ਪਾਪ ਹੈ, ਬੰਦਾ ਟੋਕਰੇ ਭਰੀ ਜਾਂਦਾ ਜੀ। ਮਹਾਰਾਜ ਕਹਿੰਦੇ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਕਰ। ਹਾਂ, ਇੱਕ ਚਿਤ ਹੋਏ ਕਰ ਨਾਮ ਉਚਾਰ। ਇੱਕ ਚਿੱਤ ਹੋ ਕੇ ਐ ਸਾਰੇ ਕੰਮ ਭੁਲਾ ਦੇ, ਇਕਾਗਰਤਾ ਰੱਖ ਕੇ ਇੱਕ ਚਿੱਤ ਹੋ ਕੇ ਨਾਮ ਜਪਿਆ ਕਰ। ਕਹਿਣ ਲੱਗੇ ਕਿਵੇਂ? ਸਾਰੀ ਦੁਨੀਆ ਦਾ ਚੇਤਾ ਭੁੱਲ ਜਾਣਾ ਜਦੋਂ ਜਪਣਾ। ਵਾਹਿਗੁਰੂ ਇੱਕ ਚਿੱਤ ਹੋ ਕੇ। ਮਹਾਰਾਜ ਕਹਿੰਦੇ ਚਿੱਤ ਦੇ ਟੋਟੇ ਨਾ ਹੋਏ ਹੋਣ ਵੀ ਮੈਂ ਇੱਧਰ ਵੀ ਜਾਣਾ, ਮੈਂ ਇੱਧਰ ਵੀ ਜਾਣਾ, ਮੈਂ ਘਰ ਛੇਤੀ ਜਾਣਾ, ਮੈਂ ਇੰਝ ਕਰਨਾ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਗੱਲ ਬਣਨੀ। ਘੱਟੋ ਘੱਟ ਨਹੀਂ, ਜਦੋਂ ਤੂੰ ਨਾਮ ਜਪਣਾ ਕੋਸ਼ਿਸ਼ ਕਰ ਸਰੀਰ ਦੀ ਸਾਰੀ એનર્ਜੀ ਇਕੱਠੀ ਕਰ ਲੈ, ਫਿਰ ਜਪ। ਮਹਾਰਾਜ ਕਹਿੰਦੇ ਹਾਂ, ਸੁਨ ਉਪਦੇਸ਼ ਹਿਰਦੈ ਸੁਭ ਧਾਰਾ। ਇਹ 3 ਜਣੇ ਨੇ, ਭਾਈ ਉਗਰਸੈਨ, ਭਾਈ ਰਾਮੂ ਜੀ ਤੇ ਭਾਈ ਦੀਪਾ ਜੀ। ਪਿਆਰਿਓ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਇਹਨਾਂ ਨੂੰ ਕਿਹਾ ਨਾ, ਬਸ ਇਹਨਾਂ ਦਾ ਤੇ ਜੀ ਕਰਨ ਲੱਗ ਪਿਆ ਨਾਮ ਜਪਣ ਨੂੰ ਜੀ। ਇਹਨਾਂ ਨੇ ਉਪਦੇਸ਼ ਗੁਰੂ ਦਾ ਆਪਣੇ ਹਿਰਦੇ ਵਿੱਚ ਧਾਰ ਲਿਆ ਜੀ। ਹਾਂਜੀ, ਗੁਰ ਸਿੱਖ ਹੋਏ ਕਰ ਜਨਮ ਸੁਧਾਰਾ। ਗੁਰੂ ਕੇ ਸਿੱਖ ਬਣੇ, ਜੋ ਸਤਿਗੁਰੂ ਜੀ ਨੇ ਕਿਹਾ ਉਹ ਕੀਤਾ, ਤੇ ਸਾਧ ਸੰਗਤ ਇਹਨਾਂ ਦਾ ਜਨਮ ਸਫਲਾ ਹੋਇਆ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ,
ਗੋਪੀ ਦੂਸਰ ਰਾਮੂ ਮਹਿਤਾ ਹਾਂਜੀ। ਮੋਹਨ ਮਲ ਅਮਰੂ ਕੇ ਸਹਿਤਾ। ਹੁਣ ਇਹ 4 ਜਣੇ ਹੋਰ ਆਏ ਮਹਾਰਾਜ ਕੋਲ, ਭਾਈ ਗੋਪੀ ਜੀ, ਭਾਈ ਰਾਮੂ ਮਹਿਤਾ ਜੀ, ਭਾਈ ਮੋਹਨ ਮਲ ਜੀ ਤੇ ਭਾਈ ਅਮਰੂ ਜੀ। 4 ਜਣੇ ਹਜੂਰ ਮਹਾਰਾਜ ਦੇ ਕੋਲ ਆਏ ਆ। ਹਾਂਜੀ। ਚਾਰੋਂ ਆਏ ਲਗੇ ਗੁਰ ਚਰਨੀ। ਇਹ ਚਾਰੋਂ ਗੁਰੂ ਦੇ ਪਿਆਰੇ ਆਏ, ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਜੀ। ਆਪਾਂ ਵੀ ਬੈਠੇ ਆ ਸਾਰੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਰ ਜੋਰਤ ਕਹਿ ਰੱਖੋ ਸਰਨੀ। ਬੜੀਆਂ ਥਾਵਾਂ ਤੇ ਭਟਕ ਕੇ ਆਏ ਸਨ, ਚਾਰੇ ਸਲਾਹ ਕਰਕੇ ਆਏ ਸਨ। ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਹਾਂਜੀ। ਬਿਰਧ ਗਰੀਬ ਨਵਾਜ ਤੁਮਾਰਾ। ਮਹਾਰਾਜ ਅਸੀਂ ਸੁਣ ਕੇ ਆਏ ਆ, ਜਿਹੜਾ ਅੱਤ ਦਾ ਗਰੀਬ ਹੁੰਦਾ ਹੈ ਨਾ, ਤੁਸੀਂ ਉਹਨੂੰ ਵੀ ਰੱਖ ਲੈਂਦੇ ਆ। ਮਾਫ ਕਰਿਓ, ਗੁਰੂ ਕੱਲਾ ਅਮੀਰਾਂ ਦਾ ਨਹੀਂ ਹੈ। ਇੱਥੇ ਗਰੀਬ ਵੀ ਆਵੇ, ਮਨ ਸ਼ੁੱਧ ਹੋਵੇ, ਮਹਾਰਾਜ ਪਹਿਲਾਂ ਉਹਨੂੰ ਆਵਾਜ਼ ਮਾਰਨਗੇ, ਮਹਾਰਾਜ ਆਪ ਗਰੀਬ ਨਵਾਜ ਹੋ। ਹਾਂਜੀ। ਉਪਦੇਸ ਹੋ ਜਿਮ ਹੋਏ ਉਦਾਰਾ। ਹੇ ਸੱਚੇ ਪਾਤਸ਼ਾਹ, ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਭਲਾ ਹੋ ਜੇ, ਮਹਾਰਾਜ ਭਲਾ ਹੋ ਜੇ। ਹਾਂਜੀ। ਸ਼੍ਰੀ ਗੁਰ ਅਮਰਦਾਸ ਤਬ ਕਹਿਓ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਉਪਦੇਸ਼ ਦਿੱਤਾ ਜੀ। ਹਾਂਜੀ। ਹਉ ਮੈਂ ਕਰ ਬੰਧਨ ਕੋ ਲਹਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਓ ਤੁਹਾਨੂੰ ਬੰਧਨ ਪਏ ਹੋਏ ਹੈ। ਹੁਣ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਵਧੀਆ ਤੁਰਾਂ ਫਿਰਾਂ, ਪਰ ਉਹਨੂੰ ਸੰਗਲ ਬੱਝੇ ਪਏ ਆ, ਤੇ ਪਹਿਲਾਂ ਕੀ ਕਰੇਗਾ ਜੀ? ਉਹ ਪਹਿਲਾਂ ਸੰਗਲ ਹੀ ਕੱਟੇਗਾ ਨਾ। ਮਹਾਰਾਜ ਕਹਿਣ ਲੱਗੇ, ਪਿਆਰਿਓ ਪਹਿਲਾਂ ਆਪਣੇ ਸੰਗਲ ਕੱਟੋ। ਮਹਾਰਾਜ ਕਿਹੜੇ ਸੰਗਲ? ਮਹਾਰਾਜ ਕਹਿੰਦੇ ਹਉਮੈ ਦੇ ਸੰਗਲ। ਗੱਜ ਕੇ ਆਖੋ ਵਾਹਿਗੁਰੂ। ਹਉਮੈ ਦੇ ਸੰਗਲ ਪਏ ਹੋਏ ਤੁਹਾਨੂੰ, ਹਉਮੈ ਦੇ ਬੰਧਨ ਪਏ ਹੋਏ ਤੁਹਾਨੂੰ। ਹਾਂਜੀ। ਅਣ ਹੋਵਤ ਹੀ ਇਹੋ ਬਨ ਆਈ। ਨਾ ਹੁੰਦਿਆਂ ਹੋਇਆਂ ਵੀ ਇਹ ਕੰਮ ਬਣ ਗਿਆ, ਮਹਾਰਾਜ ਕਹਿੰਦੇ। ਹਾਂਜੀ। ਬੁਰੀ ਬਲਾਏ ਸਬਨ ਲਪਟਾਈ। ਵਾਹਿਗੁਰੂ ਇਹ ਬੜੀ ਬੁਰੀ ਲਪਟਾ ਈਗੋ ਜਿਹੜੀ ਹੈ, ਇਹ ਹਉਮੈ ਹੈ ਨਾ ਜਿਹੜੀ, ਮੈਂ ਆਪਣੇ ਸਮੇਤ ਗੱਲ ਕਰਦਾ ਹਾਂ, ਇਹਨੇ ਸਾਰਿਆਂ ਨੂੰ ਲਪਟਾਏ ਮਾਨ ਕੀਤਾ ਜੀ। ਭਾਵੇਂ ਕੋਈ ਥੋੜੀ ਰੱਖ ਕੇ ਬੈਠਾ, ਕੋਈ ਬਹੁਤੀ ਰੱਖ ਕੇ ਬੈਠਾ, ਰੱਖ ਕੇ ਸਾਰੇ ਹੀ ਬੈਠੇ ਹੈ ਜੀ। ਇਹ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਕੋਈ ਬਲੀ ਸੂਰਮਾ ਚ ਜਿਹਨੇ ਹਉਮੈ ਦਾ ਸਿਰ ਵੱਢਿਆ ਜੀ, ਨਹੀਂ ਤੇ ਸਵਾਰ ਹੋ ਕੇ ਬੈਠੀ ਸਾਰਿਆਂ ਤੇ ਜੀ। ਹਾਂਜੀ। ਪਰਮੇਸ਼ਰ ਕਹੋ ਦੇਤ ਭੁਲਾਏ। ਵਾਹਿਗੁਰੂ ਜਦੋਂ ਹਉਮੈ ਆਉਂਦੀ ਹੈ ਨਾ ਬੰਦੇ ਨੂੰ, ਬੰਦਾ ਪਹਿਲੀ ਗੱਲ ਰੱਬ ਨੂੰ ਭੁੱਲਦਾ ਜੀ। ਉਤੋਂ ਕਹੇ ਵੀ ਮੈਂ ਬੜਾ ਭਗਤ ਹੈ, ਨਹੀਂ, ਰੱਬ ਨੂੰ ਭੁੱਲਿਆ। ਜੇ ਰੱਬ ਚੇਤੇ ਆ ਜਾਏ ਤਾਂ ਫਿਰ ਤੇ ਸਾਰੇ ਬਰਾਬਰ ਵਿਖਣ ਲੱਗ ਪੈਣ ਜੀ। ਮਹਾਰਾਜ ਕਹਿੰਦੇ ਇਹੋ ਜਿਹਾ ਬੰਧਨ ਪਿਆ ਹੈ ਜਿਹਦੇ ਕਰਕੇ ਵਾਹਿਗੁਰੂ ਦਾ ਚੇਤਾ ਭੁੱਲਿਆ ਪਿਆ ਬੰਦੇ ਨੂੰ। ਹਾਂਜੀ। ਅਨ ਹੋਵਤ ਦੁਖ ਦੇ ਸਮੁਦਾਏ। ਮਹਾਰਾਜ ਕਹਿੰਦੇ ਅਨ ਹੋਵਤ ਦੁਖ ਦੇ ਸਮੁਦਾਏ। ਬੰਦਾ ਨਹੀਂ ਚਾਹੁੰਦਾ, ਪਰ ਫਿਰ ਵੀ ਦੁੱਖ ਪਏ ਆ ਉਹਨੂੰ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਚਾਹੁੰਦਾ ਬੰਦਾ, ਫਿਰ ਵੀ ਦੁੱਖ ਪਏ। ਕਿਉਂ? ਉਹ ਆਪਣੇ ਸੰਗਲ ਨਹੀਂ ਵੱਢਦਾ ਜੀ। ਜਿਹੜੇ ਹਉਮੈ ਦੇ ਸੰਗਲ ਹੈ ਨਾ, ਇਹਨਾਂ ਨੂੰ ਨਹੀਂ ਵੱਢਦਾ। ਹਾਂਜੀ। ਜਾਂ ਤੇ ਇਸ ਕੋ ਦੀਜਹਿ ਤਿਆਗੇ। ਮਹਾਰਾਜ ਕਹਿੰਦੇ ਪਿਆਰਿਓ ਇਹ ਸੰਗਲ ਕੱਟ ਦਿਓ, ਹਉਮੈ ਨੂੰ ਤਿਆਗ ਦਿਓ। ਮਾਫ ਮੈਂ ਫਿਰ ਬੇਨਤੀ ਕਰਨ ਲੱਗਾ, ਪਿਆਰਿਓ ਹੱਥ ਜੋੜ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਿਰ ਤੋਂ ਲੈ ਕੇ ਪੈਰਾਂ ਤੱਕ ਹਉਮੈ ਦੇ ਭਰੇ ਹੋਏ ਹਾਂ। ਸਿਰ ਤੋਂ ਲੈ ਕੇ ਪੈਰਾਂ ਤੱਕ
ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਇਹ ਤੁਸੀਂ ਛਡਾ ਸਕਦੇ ਹੋ। ਵੈਸੇ ਮਹਾਰਾਜ ਨੇ ਤਰੀਕਾ ਦੱਸਿਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜਪ ਕਹਿੰਦੇ ਮਹਾਰਾਜ, ਗੁਰ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਤੁਹਾਡਾ ਹਉਮੈ ਕਰਨ ਨੂੰ ਜੀ ਨਹੀਂ ਕਰੇਗਾ ਜੀ। ਹਾਂਜੀ, ਪ੍ਰਭ ਕੇ ਸੰਗ ਗੰਢ ਤਬ ਲਾਗੇ। ਜਦੋਂ ਹਉਮੈ ਛੱਡ ਦਿਓਗੇ ਮਹਾਰਾਜ ਕਹਿੰਦੇ ਪਰਮੇਸ਼ਰ ਨਾਲ ਫਿਰ ਯਾਰੀ ਪੈਣੀ ਹੈ, ਅਜੇ ਨਹੀਂ। ਮੈਂ ਅੱਗੇ ਬੇਨਤੀ ਕੀ ਦਾਸ ਨੇ ਕੀਤੀ, ਆਕੜ ਛੱਡੇ ਨਾ, ਨਾਮ ਜਪੀ ਜਾਵੇ, ਬਣੇਗਾ ਕੁਛ ਨਹੀਂ। ਭਰਮ ਪੈ ਜਾਂਦਾ ਜੀ। ਪਰਮੇਸ਼ਰ ਸੰਗ ਗੰਢ ਤਬ ਲਾਗੇ, ਮਹਾਰਾਜ ਕਹਿੰਦੇ ਫਿਰ ਰੱਬ ਨਾਲ ਗੰਢ ਪਏਗੀ ਤੁਹਾਡੀ। ਹਾਂਜੀ, ਚਾਰੋਂ ਸੁਨ ਪੁਨ ਸਤਿਗੁਰ ਪੁੱਛੇ। ਉਹਨਾਂ ਚਾਰਾਂ ਨੇ, ਹੋ ਸਕਦਾ ਤੁਹਾਨੂੰ ਇੱਕ ਅੱਧੇ ਦਾ ਨਾਮ ਚੇਤਾ ਹੋਵੇ, ਕੋਈ ਦੱਸ ਸਕਦਾ ਵੀ ਇਹਨਾਂ ਚਾਰਾਂ ਚੋਂ ਇੱਕ ਦਾ ਹੀ ਨਾਮ ਦੱਸ ਦਿਓ। ਭਾਈ ਗੋਪੀ ਜੀ, ਭਾਈ ਰਾਮੂ ਮਹਿਤਾ ਜੀ, ਭਾਈ ਅਮਰੂ ਜੀ ਤੇ ਭਾਈ ਮੋਹਣ ਮੱਲ ਜੀ। ਮਹਾਰਾਜ ਨੂੰ ਚਾਰੇ ਬੇਨਤੀ ਕਰਨ ਲੱਗੇ, ਕਿਮ ਇਸ ਤੇ ਹਮ ਹੋਵਹਿ ਸ਼ੂਸ਼ੇ। ਸੱਚੇ ਪਾਤਸ਼ਾਹ ਮਹਾਰਾਜ ਇਹਦੇ ਚ ਕੋਈ ਸ਼ੱਕ ਨਹੀਂ ਵੀ ਸਾਨੂੰ ਹਉਮੈ ਨਹੀਂ ਹੈਗੀ। ਹਉਮੈ ਹੈ, ਪਰ ਫਿਰ ਤੁਸੀਂ ਕਿਰਪਾ ਕਰਕੇ ਦੱਸ ਦਿਓ ਇਹਦੇ ਤੋਂ ਖਾਲੀ ਕਿਵੇਂ ਹੋਈਏ। ਹਾਂਜੀ, ਕਹਿਓ ਕਿ ਜਾਨਹੁ ਤਨ ਕੋ ਵਾਹ ਵਾਹ। ਕੂਰਾ। ਸਭ ਤੋਂ ਵਧੀਆ ਤਰੀਕਾ ਹਉਮੈ ਛੱਡਣ ਦਾ ਕਿਹੜਾ ਹੈ? ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇਹੋ ਹੀ ਗੱਲ ਮਨ ਵਿੱਚ ਲੈ ਆਓ ਵੀ ਮੈਂ ਸਦਾ ਨਹੀਂ ਰਹਿਣਾ, ਮੇਰੀ ਮੌਤ ਹੋਣੀ ਹੈ। ਇਹ ਸਰੀਰ ਜਿਹੜਾ ਇਹ ਝੂਠਾ ਹੈ। ਹਾਂਜੀ, ਬਿਨਸੈ ਹੋਏ ਸਮਾ ਜਬ ਪੂਰਾ। ਜਦੋਂ ਇਹਦਾ ਸਮਾਂ ਪੂਰਾ ਹੋ ਗਿਆ ਨਾ, ਇਹਨੇ ਬਿਨਸ ਜਾਣਾ ਹੈ, ਇਹਨੇ ਖਤਮ ਹੋ ਜਾਣਾ। ਤੇ ਵਾਹਿਗੁਰੂ ਭਾਗਾਂ ਵਾਲੇ ਜਿਹੜੇ ਬੰਦੇ ਆ ਨਾ, ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ। ਹਾਂਜੀ, ਸਨੇ ਸਨੇ ਇਸ ਤੇ ਬ੍ਰਿਤ ਛੋਰ। ਮਹਾਰਾਜ ਕਹਿੰਦੇ ਇਹ ਗੱਲ ਪੱਕੀ ਕਰ ਲਓ ਵੀ ਮੈਂ ਵੀ ਇੱਕ ਦਿਨ ਮਰਨਾ ਹੈ। ਜਦੋਂ ਪਤਾ ਹੀ ਲੱਗ ਗਿਆ ਮਾਰੀ ਜਾਣਾ, ਤਾਂ ਫਿਰ ਹੰਕਾਰ ਕਾਹਦਾ ਰਹਿ ਗਿਆ ਜੀ। ਮਹਾਰਾਜ ਕਹਿੰਦੇ ਇਹ ਗੱਲ ਦ੍ਰਿੜ ਕਰੋ, ਹੌਲੀ 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 ਜਿਹੜਾ ਤੁਹਾਡਾ ਮਨ ਹੈ ਨਾ, ਉਹ ਹਉਮੈ ਨੂੰ ਛੱਡਣ ਲੱਗ ਪਏਗਾ ਜੀ। ਮਨ ਨਿਮਰਤਾ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਹਾਂਜੀ, ਕਰਹੁ ਲਗਾਵਨ ਆਤਮ ਔਰ। ਗੱਜ ਕੇ ਆਖੋ ਵਾਹਿਗੁਰੂ। ਧਿਆਨ ਆਤਮਾ ਵਾਲੇ ਬੰਨੇ ਲੈ ਕੇ ਜਾਓ। ਅੰਦਰਮੁਖੀ ਬਿਰਤੀ ਬਣਾਓ ਆਪਣੀ, ਅੰਤਰਮੁਖੀ। ਹਾਂਜੀ, ਸਹਿਨਸ਼ੀਲਤਾ ਛਿਮਾ ਧਰੀਜੈ। ਦੋ ਕੰਮ ਕਰੋ। ਅਭਿਆਸੀ ਬੰਦਾ ਵੈਸੇ ਦੋ ਕੰਮ ਕਰੇ, ਤਰੱਕੀ ਬੜੀ ਹੁੰਦੀ ਜੇ ਉਹਦੀ। ਇੱਕ ਹੈ ਸਹਿਨਸ਼ੀਲਤਾ, ਕੋਈ ਜੋ ਮਰਜ਼ੀ ਕਵੇ ਉਹਨੂੰ ਸਹਿਣ ਕਰ ਲੇ ਜੀ। ਤੇ ਇੱਕ ਮੁਆਫ ਕਰ ਦੇ। ਦੋ ਕੰਮ ਕਰੇ, ਉਹਦੀ ਤਰੱਕੀ ਬਹੁਤ ਹੋਏਗੀ। ਤੇ ਮੈਨੂੰ ਮਾਫ ਕਰਿਓ, ਜਾਪ ਬਹੁਤ ਕਰਦਾ ਹੋਵੇ ਪਰ ਨਾ ਕਿਸੇ ਦੀ ਗੱਲ ਸਹਾਰਦਾ ਹੋਵੇ, ਨਾ ਕਿਸੇ ਨੂੰ ਮਾਫ ਕਰਦਾ ਹੋਵੇ, ਗੱਲ ਨਹੀਂ ਬਣਦੀ। ਤੇ ਮੈਂ ਡਰ ਕੇ ਕਹਿਣ ਲੱਗਾ ਜੇ ਬੜੇ ਬੜੇ ਇਹ ਕਹਿਣ ਵਾਲੇ ਜੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇੰਨੇ ਵਜੇ ਇਸ਼ਨਾਨ ਕਰਦੇ ਹਾਂ, ਪਰ ਜਦੋਂ ਸਹਿਣਸ਼ੀਲਤਾ ਵੇਖੀਦੀ ਹੈ, ਖਿਮਾ ਦਾ ਖਜ਼ਾਨਾ ਵੇਖੀਦਾ, ਬਿਲਕੁਲ ਨਹੀਂ ਹੁੰਦਾ ਜੀ। ਹੁਣ ਇਹਦਾ ਭਾਵ ਇਹ ਨਾ ਲੈ ਲਿਓ ਵੀ ਮੈਂ ਇਹ ਕਹਿਣ ਲੱਗ ਪਿਆ ਵੀ ਅੰਮ੍ਰਿਤ ਵੇਲੇ ਨਾ ਉੱਠੋ। ਉੱਠਣਾ, ਜਾਪ ਕਰਨਾ, ਸਿਮਰਨ ਕਰਨਾ, ਪਰ ਇਹ ਗੱਲਾਂ ਧਾਰਨ ਵੀ ਕਰਨੀਆਂ ਨੇ। ਹਾਂ, ਕਿਸ ਕੇ ਸੰਗ ਨਾ ਦਵੈਸ਼ ਰਚੀਜੈ। ਦਵੈਸ਼ ਭਾਵਨਾ ਵੀ ਇਹਦਾ ਨੁਕਸਾਨ ਕਰਨਾ ਹੈ, ਇਹ ਨਹੀਂ ਭਾਵਨਾ ਰੱਖਣੀ ਵੀ ਮੈਂ ਇਹਦਾ ਨੁਕਸਾਨ ਕਰਨਾ ਹੈ। ਹਾਂਜੀ, ਬਾਕ ਕਠੋਰ ਅਨਾਦਰ ਕਰੇ। ਜੇ ਕੋਈ ਤੁਹਾਨੂੰ ਬੁਰਾ ਬੋਲ ਜਾਵੇ, ਅਨਾਦਰ ਕਰੇ ਤੁਹਾਡਾ,
ਹਾਂਜੀ। ਸੁਨ ਕਰ ਤਪਹਿ ਨ ਰਿਸ ਕਬ ਧਰੇ। ਮਹਾਰਾਜ ਕਹਿੰਦੇ ਤੁਸੀਂ ਵੀ ਸੁਣ ਕੇ ਤਪ ਨਾ ਜਾਇਓ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਗੁੱਸੇ 'ਚ ਬੋਲਣ ਦਿਆ ਉਹ ਤਾਂ ਅੱਗੇ ਤਪਣ ਦਿਆ ਜੀ। ਹਾਂਜੀ, ਸਾਹਮਣਿਓਂ ਵੀ ਬੰਦਾ ਤਪਣ ਲੱਗ ਪੈਂਦਾ, 2 ਸਿਲੰਡਰ ਬਲ ਜਾਂਦੇ ਆ, ਫਿਰ ਧਮਾਕਾ ਹੀ ਹੁੰਦਾ ਜੀ, ਫਿਰ ਧਮਾਕਾ ਹੀ ਹੈ। ਮਹਾਰਾਜ ਕਹਿੰਦੇ ਕੋਈ ਬੁਰਾ ਬੋਲ ਬੋਲੇ ਤੁਸੀਂ ਨਾ ਤਪੋ। ਹਾਂਜੀ, ਸੁਨ ਉਪਦੇਸ਼ ਕਰਨ ਸੋ ਲਾਗੇ। ਲਓ ਜੀ, ਉਹ ਗੁਰੂ ਕੇ ਦੋਵੇਂ ਪਿਆਰੇ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਇਹ ਕਰਨ ਲੱਗ ਪਏ ਜੀ। ਹਾਂਜੀ, ਅੰਤਰ ਬ੍ਰਿਤੀ ਤਰਹਿ ਵੱਡ ਭਾਗੇ। ਉਹ ਬਿਰਤੀ ਅੰਤਰਮੁਖੀ ਰੱਖ ਲਈ ਜੀ ਉਹਨਾਂ ਨੇ, ਵੱਡੇ ਭਾਗਾਂ ਵਾਲਿਆਂ ਨੇ। ਕੋਈ ਹੁਣ ਜੋ ਮਰਜ਼ੀ ਆਖੇ ਉਹਨਾਂ ਤੇ ਅਸਰ ਨਹੀਂ ਪੈਂਦਾ ਜੀ। ਹਾਂਜੀ, ਗੰਗੂ ਅਪਰ ਸਹਾਰੂ ਭਾਰੂ। ਹੁਣ ਇਹ ਉਪਦੇਸ਼ ਬੜੇ ਬੜੇ ਵੱਡੇ ਨੇ, ਬੜੇ ਬੜੇ ਅੱਛੇ ਨੇ, ਤੇ ਦਾਸ ਚਾਹੁੰਦਾ ਹੈ ਵੀ ਹੌਲੀ ਹੌਲੀ ਇਹ ਉਪਦੇਸ਼ ਜਿਹੜੇ ਆ ਉਹ ਸਾਂਝੇ ਹੋਣ, ਕਿਉਂਕਿ ਰੋਜ਼ ਕਈ ਪ੍ਰਸੰਗ ਆਉਣੇ ਆ। ਤੇ ਅੱਜ ਆਪਾਂ 4 ਇਹ ਗੁਰਸਿੱਖ ਤੇ ਸਾਧ ਸੰਗਤ ਜੀ, 3 ਹੋਰ ਭਾਈ ਉਗਰਸੈਨ, ਭਾਈ ਰਾਮੂ ਤੇ ਭਾਈ ਦੀਪਾ। 4 ਤੇ 3 ਕਿੰਨੇ ਹੋ ਗਏ? 7 ਤੇ 1 ਭਾਈ ਮੱਲਣ ਜੀ, 8 ਹੋ ਗਏ। 8 ਗੁਰਸਿੱਖਾਂ ਦਾ ਤੁਸੀਂ ਅੱਜ ਨਾਮ ਸੁਣਿਆ, ਜਿਨ੍ਹਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਪਿਆਰਿਓ ਹਉਮੈ ਛੱਡ ਕੇ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਨਾਮ ਜਪੋ, ਆਏ ਗਏ ਦੀ ਸੇਵਾ ਕਰੋ, ਮਨ ਨੀਵਾਂ ਕਰੋ। ਜਿਹੜਾ ਹਉਮੈ ਤਿਆਗ ਦੇਗਾ, ਪਰਮੇਸ਼ਰ ਦਾ ਨਾਮ ਜਪੇਗਾ, ਦੁਨੀਆ ਦੀ ਕੋਈ ਤਾਕਤ ਉਹਦਾ ਕੁਝ ਵਿਗਾੜ ਨਹੀਂ ਸਕਦੀ ਜੀ। ਜਿਹੜਾ ਅੱਜ ਤੁਸੀਂ ਉਪਦੇਸ਼ ਸੁਣਿਆ, ਤੇ ਮਹਾਰਾਜ ਨੇ ਆਖਿਆ ਜਿਵੇਂ 4 ਘੜੀਆਂ ਨੌਕਾ, ਵਾਹਿਗੁਰੂ ਜਿਵੇਂ 4 ਉਂਗਲਾਂ ਬੇੜੀ ਜਿਹੜੀ ਹੈ ਪਾਣੀ ਤੋਂ ਬਾਹਰ ਰਹਿੰਦੀ ਹੈ, ਫਿਰ ਧਰਦੀ ਹੈ। ਤੁਹਾਡੀ ਜ਼ਿੰਦਗੀ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਵਾਲੇ ਪਾਸੇ ਤਾਂ ਤਰੇਗੀ ਜਦੋਂ ਤੁਸੀਂ 4 ਘੜੀਆਂ ਪਰਮੇਸ਼ਰ ਦਾ ਸਿਮਰਨ ਕਰੋਗੇ। ਸੋ ਅੱਜ ਲਈ ਇੰਨਾ ਉਪਦੇਸ਼ ਬਹੁਤ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਸੁਣਿਆ ਉਹਨੂੰ ਕਮਾਈਏ ਦੀ। ਸੁਣਾਉਣ ਨੂੰ ਤੇ ਮੈਂ 3 ਪ੍ਰਸੰਗ ਇਕੱਠੇ ਹੀ ਸੁਣਾਈ ਜਾਂਦਾ ਜੀ, ਪਰ ਜੇ ਅਸੀਂ ਕਮਾਈ ਨਾ ਕਰ ਸਕੇ ਤੇ ਫਾਇਦਾ ਕੋਈ ਨਹੀਂ ਜੀ। ਆਓ 5 ਮਿੰਟ ਅੱਜ ਦੇ ਰਹਿੰਦੇ ਆ, ਤੇ ਸਾਰੇ ਪ੍ਰੇਮ ਨਾਲ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇ, ਕੋਈ ਰਸਨਾ ਵਾਂਝੀ ਨਾ ਰਹੇ। ਜਿਵੇਂ ਮਹਾਰਾਜ ਨੇ ਕਿਹਾ ਨਾ, ਅੰਦਰਮੁਖੀ ਬਿਰਤੀ ਖੜਨੀ ਹੈ, ਧਿਆਨ ਅੰਦਰ ਲੈ ਕੇ ਜਾਣਾ। ਉਹ ਕਿਵੇਂ ਜਾਂਦਾ? ਜਦੋਂ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਰੱਖਦੇ। ਸੋ ਪਹਿਲਾਂ ਤੇ ਸਾਵਧਾਨ ਹੋਵੋ, ਬੈਠਣਾ ਸਿੱਖੀਏ, ਸਾਵਧਾਨ ਹੋ ਕੇ ਬੈਠਣਾ। ਜਦੋਂ ਰੀੜ੍ਹ ਦੀ ਹੱਡੀ ਸਿੱਧੀ ਕਰਦੇ ਆ ਨਾ ਆਪਾਂ, ਇਹਦੇ ਵਿੱਚ ਕੀ ਹੁੰਦਾ, ਬਹੁਤ ਸਾਰੇ ਸਰੀਰ ਦੇ ਸੈੱਲ ਜਿਹੜੇ ਉਹ ਆਪੇ ਐਕਟੀਵੇਟ ਹੋ ਜਾਂਦੇ ਆ। ਸੋ ਪ੍ਰੇਮ ਨਾਲ ਸਾਰੇ ਗੁਰਮੰਤਰ ਦਾ ਕਰੋ ਜਾਪ, ਐ ਗੱਜ ਕੇ, ਤੇ ਸੁਰਤ ਨਾ ਬਾਹਰ ਜਾਵੇ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਭਾਈ ਉਗਰਸੈਨ ਜੀ, ਭਾਈ ਰਾਮੂ ਜੀ, ਭਾਈ ਦੀਪਾ ਜੀ, ਭਾਈ ਅਮਰੂ ਜੀ, ਭਾਈ ਮੋਹਣ ਮੱਲ ਜੀ, ਭਾਈ ਮੱਲਣ ਜੀ, ਇਹ ਗੁਰੂ ਕੇ ਸਿੱਖ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ। ਸੱਚੇ ਪਾਤਸ਼ਾਹ ਇਹਨਾਂ ਨੂੰ ਉਪਦੇਸ਼ ਦਿੰਦੇ ਆ। ਪਿਆਰਿਓ ਹੈ ਤੇ ਭਾਈ ਮੱਲਣ ਜੀ ਨੂੰ ਵੱਖਰਾ ਉਪਦੇਸ਼ ਦਿੱਤਾ, ਤਿੰਨਾਂ ਨੂੰ ਵੱਖਰਾ ਦਿੱਤਾ, ਚੌਥਾ ਨੂੰ ਵੱਖਰਾ ਦਿੱਤਾ, ਚਾਰਾਂ ਨੂੰ। ਪਰ ਸਾਨੂੰ ਇੱਕ ਹੀ ਚੇਤਾ ਰਹਿ ਜੇ, ਇਹ ਐਸੀ ਮਹਾਰਾਜ ਸਾਡੇ ਤੇ ਮਿਹਰ ਕਰ ਦਿਓ, ਇੱਕ ਹੀ ਸਾਨੂੰ ਚੇਤਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਮਹਾਰਾਜ ਬਾਰ-ਬਾਰ ਕਹਿੰਦੇ ਭਾਈ ਪਰਮੇਸ਼ਰ ਦੀ ਯਾਦ, ਪਰਮੇਸ਼ਰ ਦਾ ਸਿਮਰਨ। ਸੋ ਮਹਾਰਾਜ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਰਹਿਮਤਾਂ ਵਰਸਾਉਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ